गुड आफ्टरनून स्टूडेंट। अज आपां करना है टाइप्स ऑफ ई पेमेंट सिस्टम। इलैक्ट्रॉनिक पेमेंट सिस्टम आपां देख लिया सी की हुंदा, जब ओहदियां करांगे टाइप्स। सब तो पहली टाइप अपने को हैगी है डिजिटल कैश एंड इलैक्ट्रॉनिक कैश। ये तो तुहानूं पता जो आप कोई भी चीज़ परचेज करते हैं, चाहे आप ऑनलाइन परचेज करिए चाहे ऑफलाइन परचेज करिए, आपां नूं कुछ ना कुछ उहदे लई पे करना पैंदा है। जे आप ऑफलाइन परचेज करते तो आप ऑफलाइन मनी पे करते हैं, जे आप ऑनलाइन परचेज करांगे तो आपां नूं मनी भी ऑनलाइन पे करनी पऊगी। उहदे लई आपां नूं वक्खरे वक्खरे तरीके दस्से होए आ, वो डिस्कस करन जा रहे हैं। सब तो पहला जिहड़ा अपना हैगा डिजिटल कैश। डिजिटल कैश इज़ ऑल्सो नोन एज ई कैश, इन्हूं इलैक्ट्रॉनिक कैश भी कह दिंदे आ। डिजिटल कैश इज़ अ सिस्टम ऑफ परचेजिंग credits in relatively small amounts, storing the credits in your computer and spend them when making electronic purchase over the internet। ਕਹਿੰਦੇ ਇਹਦਾ ਮਤਲਬ ਇਹ ਹੈ ਜਿਵੇਂ ਆਪਾਂ ਕਹਿੰਦੇ ਕਰੰਸੀ ਨਹੀਂ ਚੇਂਜ ਕਰਾ ਲੈਂਦੇ ਹੁੰਦੇ, ਜਿਵੇਂ ਪੇਟੀਐਮ ਦੇ ਵਿੱਚ ਤੁਸੀਂ ਪੈਸੇ ਰੱਖ ਲੈਂਦੇ ਹੋ, ਤਾਂ ਤੁਸੀਂ ਕੀ ਕੀਤਾ, ਜਿਹੜੇ ਪੈਸੇ ਤੁਹਾਡੀ ਐਕਚੁਅਲ ਮਨੀ ਸੀ ਉਹਨੂੰ ਤੁਸੀਂ ਪੇਟੀਐਮ ਦੀ ਮਨੀ 'ਚ ਕਨਵਰਟ ਕਰਾ ਲਿਆ। ਜਿਵੇਂ ਤੁਸੀਂ ਕਿਤੇ ਜਾਂਦੇ ਹੋ, ਮੰਨ ਲਓ ਕਿਸੇ ਗੇਮ ਕੋਈ ਗੇਮਸ ਪਲੇ ਕਰਨੀ ਹੈ, ਤਾਂ ਉਹ ਤੁਹਾਨੂੰ ਪੈਸੇ ਲੈ ਕੇ ਕੂਪਨ ਦੇ ਦਿੰਦੇ ਆ, ਤਾਂ ਅੰਦਰ ਜਾ ਕੇ ਤੁਸੀਂ ਕੀ ਕਰਦੇ ਹੋ, ਕੂਪਨ ਪੇ ਕਰਦੇ ਹੋ। ਤਾਂ ਤੁਹਾਡਾ ਕੂਪਨ ਕੀ ਹੋ ਗਿਆ, ਉਹ ਮਨੀ ਦਾ ਇੱਕ ਕੀ ਹੋ ਗਿਆ, ਇੱਕ ਅਲਟਰਨੇਟਿਵ ਹੋ ਗਿਆ। ਉਵੇਂ ਹੀ ਕਹਿੰਦੇ ਆਪਾਂ ਕੀ ਕਰ ਸਕਦੇ ਹਾਂ, ਜਿਹੜੀ ਆਪਣੀ ਐਕਚੁਅਲ ਮਨੀ ਹੈ ਉਹਨੂੰ ਆਪਾਂ ਡਿਜੀਟਲ ਕੈਸ਼ ਦੇ ਵਿੱਚ ਕਨਵਰਟ ਕਰ ਲੈਂਦੇ ਹਾਂ। ਲਾਈਕ ਆਪਾਂ ਪੇਟੀਐਮ ਦੇ ਵਿੱਚ ਆਪਦੇ ਪੈਸੇ ਰੱਖ ਲਏ, ਠੀਕ ਹੈ, ਉਦੋਂ ਬਾਅਦ ਜਿਹਨੂੰ ਵੀ ਪੇ ਕਰਨਾ ਆਪਾਂ ਪੇਟੀਐਮ ਦੇ ਥਰੂ ਪੇ ਕਰਤੀ। ਤਾਂ ਡਿਜੀਟਲ ਕੈਸ਼ ਦੇ ਵਿੱਚ ਇਹ ਹੈ, ਕਹਿੰਦੇ ਕੁਝ ਅਮਾਊਂਟ ਆਫ ਮਨੀ ਆਪਾਂ ਕੰਪਿਊਟਰ ਦੇ ਵਿੱਚ ਕੀ ਕਰ ਲੈਂਦੇ ਹਾਂ, ਕਨਵਰਟ ਕਰਕੇ ਰੱਖ ਲੈਂਦੇ ਹਾਂ, ਜਿੱਥੇ ਜਦੋਂ ਵੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਕੁਛ ਵੀ ਪਰਚੇਜ਼ਿੰਗ ਕਰਨ ਦੀ ਤਾਂ ਆਪਾਂ ਉੱਥੋਂ ਪੇ ਕਰ ਦਿੰਦੇ ਹਾਂ। ਇਟ ਇਜ਼ ਬੈਸਟ ਸੂਟਡ ਫॉर ਮੇਕਿੰਗ ਰੀਅਲ time payments over the internet, whereas setting up the using digital cash is more complicated than using conventional cash। ਕਹਿੰਦੇ ਇਹ ਬਹੁਤ ਸੌਖਾ ਤਰੀਕਾ ਹੈ ਜਦੋਂ ਤੁਸੀਂ ਡਿਜੀਟਲ ਕੈਸ਼ ਦੇ ਵਿੱਚ ਆਪਦਾ ਪੈਸਾ ਕਨਵਰਟ ਕਰਕੇ ਰੱਖਦੇ ਹੋ। ਕਹਿੰਦੇ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਕੇ ਰੱਖਦੇ ਤਾਂ ਆਪਾਂ ਨੂੰ ਪੇਮੈਂਟ ਕਰਨੀ ਬਹੁਤ ਔਖੀ ਹੋ ਜਾਂਦੀ। ਕਈ ਵਾਰੀ ਹੁਣ ਇਮੀਡੀਏਟ ਤੁਸੀਂ ਕੋਈ ਇਲੈਕਟ੍ਰੋਨਿਕ ਪੇਮੈਂਟ ਕਰਨੀ ਹੈ ਤਾਂ ਕੀ ਕਰੋਗੇ, ਤੁਹਾਡੇ ਕੋਲ ਬੈਂਕ ਅਕਾਊਂਟ ਵੀ ਨਹੀਂ ਹੈਗਾ, ਮੰਨ ਲਓ ਪੇਟੀਐਮ ਦੇ ਵਿੱਚ ਪੈਸੇ ਵੀ ਨਹੀਂ ਹੈਗੇ, ਤਾਂ ਪੇਮੈਂਟ ਕਰਨੀ ਔਖੀ ਹੋ ਜਾਂਦੀ ਹੈ। ਇਸ ਲਈ ਆਪਾਂ ਕੀ ਕਰਦੇ ਹਾਂ, ਜੇ ਹਰ ਟਾਈਮ ਪੇਟੀਐਮ ਦੇ ਵਿੱਚ ਜਾਂ ਕੋਈ ਵੀ ਡਿਜੀਟਲ ਕੈਸ਼ ਆਪਦਾ ਕਨਵਰਟ ਕਰਕੇ ਰੱਖੀ, ਆਪਾਂ ਨੂੰ ਪੇਮੈਂਟਸ ਕਰਨੀਆਂ ਈਜ਼ੀ ਹੋ ਜਾਂਦੀਆਂ। ਇੰਨਾ ਹੀ ਕਰਨਾ ਹੈ। ਪ੍ਰੋਪਰਟੀਜ਼ ਆਫ ਈ ਕੈਸ਼ ਦੇ ਵਿੱਚ ਕੀ ਆ ਜਾਊਗਾ, ਈ ਕੈਸ਼ ਮਸਟ ਸੈਟਿਸਫਾਈ ਸਮ ਜਨਰਲ ਪ੍ਰੋਪਰਟੀਜ਼ ਵਿਚ ਆਸ ਫੋਲੋਜ਼। ਪਹਿਲੀ ਹੈਗੀ ਹੈ ਇੰਡੀਪੈਂਡੈਂਸ। ਹੁਣ ਕਹਿੰਦੇ ਈ ਕੈਸ਼ ਮਸਟ ਨਾਟ ਡਿਪੈਂਡਡ ਇਨ ਐਗਜ਼ਿਸਟਿੰਗ ਇਨ ਐਨੀ ਗਿਵਨ ਕੰਪਿਊਟਰ ਸਿਸਟਮ ਔਰ ਲੋਕੇਸ਼ਨ। ਜਿਹੜਾ ਈ ਕੈਸ਼ ਹੁੰਦਾ ਕਿਸੇ ਵੀ ਕੰਪਿਊਟਰ 'ਤੇ ਡਿਪੈਂਡ ਨਹੀਂ ਕਰਦਾ। ਪੇਟੀਐਮ ਹੈ, ਤੁਹਾਡੇ ਪੇਟੀਐਮ 'ਚ ਪੈਸੇ ਪਏ ਆ, ਤੁਸੀਂ ਕਿਸੇ ਵੀ ਮੋਬਾਈਲ ਤੋਂ ਕਿਤੋਂ ਵੀ ਸਿਰਫ ਆਪਦੀ ਆਈਡੀ ਭਰੋਗੇ ਅਤੇ ਪੇ ਕਰ ਦੋਗੇ। ਇੰਡੀਪੈਂਡੈਂਟ ਹੁੰਦਾ, ਕਿਸੇ ਮਸ਼ੀਨ 'ਤੇ ਡਿਪੈਂਡੈਂਟ ਨਹੀਂ ਹੁੰਦਾ। ਸੈਕਿੰਡ ਹੋ ਗਿਆ ਰੀਯੂਜ਼ੇਬਿਲਿਟੀ। ਈ ਕੈਸ਼ ਸ਼ੁੱਡ ਨਾਟ ਬੀ ਰੀਯੂਜ਼ੇਬਲ ਆਫਟਰ ਇਟਸ ਫਸਟ ਯੂਜ਼। ਕਹਿੰਦੇ ਈ ਕੈਸ਼ ਜਦੋਂ ਤੁਸੀਂ ਇੱਕ ਵਾਰੀ ਯੂਜ਼ ਕਰ ਲੈਂਦੇ ਹੋ ਉਦੋਂ ਬਾਅਦ ਨਹੀਂ ਰੀਯੂਜ਼ੇਬਲ ਹੁੰਦਾ। ਬਟ ਫੋਰ ਐਗਜ਼ਾਮਪਲ if I get e-cash for 50 and spend it buy a suit, then I cannot spend more money this again। ਹੁਣ ਜਦੋਂ ਤੁਹਾਡੇ ਕੋਲ $50 ਸੀ, $50 ਦਾ ਤੁਸੀਂ ਸੂਟ ਖਰੀਦ ਲਿਆ, ਹੁਣ ਦੁਬਾਰਾ ਥੋੜ੍ਹਾ ਨਾ $50 ਯੂਜ਼ ਕਰੋਗੇ, ਉਹ ਤੁਹਾਡੇ ਅਕਾਊਂਟ 'ਚੋਂ ਕੀ ਹੋ ਜਾਣਗੇ, ਡਿਡਕਟ ਹੋ ਜਾਣਗੇ। ਰੀਯੂਜ਼ੇਬਿਲਿਟੀ ਦਾ ਮਤਲਬ ਇਹ ਹੈ ਵੀ ਇਹ ਨਹੀਂ ਵੀ ਤੁਸੀਂ ਇੱਕ ਵਾਰੀ ਪੈਸਾ ਯੂਜ਼ ਕਰਕੇ ਫਿਰ ਵਾਰੀ ਵਾਰੀ ਉਹੀ ਪੈਸਾ ਯੂਜ਼ ਕਰੀ ਜਾਂਦੇ। ਇੱਕ ਵਾਰੀ ਪੈਸਾ ਯੂਜ਼ ਹੋ ਗਿਆ ਤਾਂ ਉਹ ਕੀ ਹੋ ਗਿਆ, ਖਤਮ ਹੋ ਗਿਆ, ਡਿਡਕਟ ਹੋ ਗਿਆ, ਰੀਯੂਜ਼ੇਬਿਲਿਟੀ ਨਹੀਂ ਹੁੰਦੀ। ਫਿਰ ਆ ਗਿਆ ਐਨਾਟਮੀ ਜਾਂ ਫਿਰ ਐਨਾਟਮੀ ਜਾਂ ਫਿਰ ਇਹਨੂੰ ਬੋਲਦੇ ਆ ਅਨੋਮਿਟੀ, ਠੀਕ ਹੈ। ਈ ਕੈਸ਼ ਕੈਨ ਨਾਟ ਪ੍ਰੋਵਾਈਡ ਇਨਫੋਰਮੇਸ਼ਨ ਦੈਟ ਕੈਨ ਬੀ ਯੂਜ਼ ਟੂ ਟਰੇਸ ਦਾ ਪ੍ਰੀਵੀਅਸ ਓਨਰਸ ਆਫ ਦਾ ਕੈਸ਼। ਅਨੋਮਿਟੀ ਦਾ ਮਤਲਬ ਹੈ ਵੀ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਨਾ ਸਿਕਿਉਰ ਰੱਖੀ ਜਾਂਦੀ ਹੈ ਕਸਟਮਰ ਦੀ। ਜਦੋਂ ਤੁਸੀਂ ਆਪਦੀ ਡਿਟੇਲ ਭਰਤੀ ਤਾਂ ਉਹ ਡਿਟੇਲ ਤੁਹਾਡੀ ਇਹ ਨਹੀਂ ਵੀ ਕੋਈ ਹੋਰ ਬੰਦਾ ਯੂਜ਼ ਕਰ ਲੂਗਾ। ਪਰਸਨਲ ਡਿਟੇਲ ਦੇ ਵਿੱਚ ਤੁਹਾਡਾ ਮੋਬਾਈਲ ਨੰਬਰ ਵੀ ਆ ਜਾਂਦਾ ਹੈ, ਤੁਹਾਡਾ ਅਕਾਊਂਟ ਨੰਬਰ ਵੀ ਆ ਜਾਂਦਾ ਹੈ, ਤਾਂ ਉਹ ਕੀ ਕੀਤੀ ਜਾਂਦੀ ਹੈ, ਤੁਹਾਡੀ ਹਮੇਸ਼ਾ ਸਿਕਿਉਰ ਰੱਖੀ ਜਾਂਦੀ ਹੈ। ਨੈਕਸਟ ਫੋਰਥ ਪੁਆਇੰਟ ਆ ਗਿਆ ਟ੍ਰਾਂਸਫਰੇਬਿਲਿਟੀ। ਕਹਿੰਦਾ ਜਿਹੜਾ ਈ ਕੈਸ਼ ਹੁੰਦਾ ਸ਼ੁੱਡ ਬੀ ਟ੍ਰਾਂਸਫਰੇਬਲ ਫਰੋਮ ਵਨ ਪਰਸਨ ਟੂ ਅਨਦਰ। ਤੁਸੀਂ ਇੱਕ ਪਰਸਨ ਤੋਂ ਮੇਰੇ ਪੇਟੀਐਮ 'ਚ ਪੈਸੇ ਪਏ ਆ, ਮੇਰੇ ਕਿਸੇ ਫਰੈਂਡ ਨੂੰ ਜ਼ਰੂਰਤ ਪੈ ਗਈ ਐਟ ਏ ਟਾਈਮ, ਮੈਂ ਆਪਦੇ ਪੇਟੀਐਮ ਤੋਂ ਉਹਦੇ ਪੇਟੀਐਮ 'ਚ ਕਨਵਰਟ ਕਰਤੇ, ਟ੍ਰਾਂਸਫਰ ਕਰਤੇ, ਤਾਂ ਮਨੀ ਜਿਹੜੀ ਹੈਗੀ ਹੈ ਜਿਹੜਾ ਕੈਸ਼ ਆ ਉਹਦੀ ਤੁਸੀਂ ਟ੍ਰਾਂਸਫਰੇਬਿਲਿਟੀ ਵੀ ਕਰ ਸਕਦੇ ਹੋ, ਟ੍ਰਾਂਸਫਰ ਕਰ ਸਕਦੇ ਹੋ ਵੈਨ ਐਵਰ ਯੂ ਵਾਂਟ ਟੂ ਟ੍ਰਾਂਸਫਰ ਦਾ ਮਨੀ। ਨੈਕਸਟ ਆ ਗਿਆ ਡਿਵੀਜ਼ੇਬਿਲਿਟੀ। ਡਿਵੀਜ਼ੇਬਿਲਿਟੀ ਈ ਕੈਸ਼ ਮਸਟ ਬੀ ਅਵੇਲੇਬਲ ਇਨ ਸੈਵਰਲ ਡਿਨੋਮੀਨੇਸ਼ਨ। ਕਹਿੰਦੇ ਕਾਫੀ ਫਾਰਮ ਦੇ ਵਿੱਚ ਹੁੰਦਾ। ਇਟ ਸ਼ੁੱਡ ਆਲਸੋ ਬੀ ਡਿਵੀਜ਼ੀਬਲ ਇਨ ਅ ਵੇ ਸਿਮਿਲਰ ਟੂ ਰੀਅਲ ਕੈਸ਼। ਜਿਵੇਂ ਆਪਾਂ ਰੀਅਲ ਕੈਸ਼ ਨੂੰ ਡਿਵੀਜ਼ੀਬਲ ਕਰ ਲੈਂਦੇ ਹਾਂ, 500 ਦੇ ਨੋਟ ਅੱਡ ਕਰ ਲਏ, 100 ਦੇ ਅੱਡ ਕਰ ਲਏ, 50 ਦੇ ਅੱਡ ਕਰ ਲਏ, ਡਿਵੀਜ਼ੀਬਿਲਿਟੀ ਹੋ ਗਈ, ਅੱਡ ਕੱਢ ਲਈ। ਜਾਂ ਫਿਰ ਆਪਾਂ ਮੈਂ ਐਂ ਕਰ ਲਿਆ ਵੀ ਇਹ ਮੇਰੀ ਟਿਊਸ਼ਨ ਫੀਸ ਹੈ, ਇਹ ਮੇਰੀ ਸਕੂਲ ਦੀ ਫੀਸ ਹੈ, ਇਹ ਮੇਰੀ ਕਿਤਾਬਾਂ ਦੀ ਫੀਸ ਹੈ, ਬੁੱਕਸ ਫੀਸ ਹੈ, ਤਾਂ ਮੈਂ ਡਿਵਾਈਡ ਕਰ ਲਿਆ ਮਨੀ। ਉਵੇਂ ਕਹਿੰਦੇ ਤੁਸੀਂ ਇਹਦੇ 'ਤੇ ਵੀ ਡਿਵੀਜ਼ੇਬਿਲਿਟੀ ਕਰ ਸਕਦੇ ਹੋ। ਫੋਰ ਐਗਜ਼ਾਮਪਲ 25 digital pennies should be yelled in digital
क्वार्टर एंड 4 क्वार्टर शुड इक्वल टू द डॉलर। आए बन गए, कहते मनी डिवाइड हो गए ना, डॉलर या क्वार्टर च गल की है। 4 पैनी जिमें कितने 1 रुपया है, 1 रुपये मैं 4 25 पैसे बना ले, या फिर 50 पैसे डिविजिबिलिटी कर ली। मेरे को 500 का नोट है, या मैं 500 के नोट रख ले, या मैं 200 के 100 का रख लिया। मतलब एवं तुम मनी को डिवाइड करके रख सकते हो। सिक्योर स्टोरेज सिक्योर होंगे, कहते ई कैश शुड बी अवेलेबल इन सच अ वे सो दैट इट कैन बी सिक्योरली शेयर्ड एट कस्टमर एट हार्ड ड्राइव और स्मार्ट कार्ड। कहते जो मनी होंगे वो जी पैसे होंगे अपने सिक्योर होंगे है, चाहे वो किसी क्रैडिट कार्ड पर पे है, चाहे वो किसी स्मार्ट कार्ड पर पे है। अपनी इच्छा के बिना अपने वो पैसे कोई भी कढ़ नहीं सकता, उन्हें यूज़ नहीं कर सकता, सिक्योर होंगे है। उस तो बाद हाउ इलैक्ट्रॉनिक कैश वर्क, कहते जो आप ई कैश की गल कर रहे हैं वो किमें वर्क करता है। एक डायग्राम बनया होया देखो, बैंक है, पहला देखो पर्सन ए है, पर्सन बी है, बैंक है। पर्सन ए पर्सन बी नू डिजिटल कैश सेंड करता, पर्सन ए ने पर्सन बी नू। फिर पर्सन बी उस पैसे नू यूज़ करना चाहूगा तो उन्होंने किहदे तो परमिशन मिलूगी, बैंक तो परमिशन लूगा। बैंक पर्सन ए नू पूछूगा बई तू वो बी नू पैसे ट्रांसफर किए है, तां ही उन्होंने पैसे मिले। एक्चुअल पैसे है किहदे, पर्सन ए दे, उन्हें ट्रांसफर करते पर्सन बी नू। बी ने जो बैंक च कढाउण लग गया तो परमिशन बैंक किहदे तो लूगा, पर्सन ए तो लूगा। वेरीफिकेशन करूगा, OTP सेंड करूगा, 1 टाइम पासवर्ड, जो तो वेरीफाई हो जाता है तो पैसे वो यूज़ कर सकता है। ये ई कैश का एक प्रोसीजर होंदा है। अ कस्टमर हू वांट्स टू यूज़ डिजिटल कैश हैज़ टू ओपन एन अकाउंट विद डिजिटल बैंक। सब तो पहला जिन्हें डिजिटल कैश कराना एक आप अकाउंट खुलाना पऊगा बैंक के विच, ठीक है जी, खुल गया। द डिजिटल बैंक दैन प्रोवाइड इट्स कस्टमर विद डिजिटल कैश सॉफ्टवेयर। उस तो बाद वो बैंक आपां नूं कैश दा सॉफ्टवेयर प्रोवाइड करूगा जिहदे आपदे आपां पैसे डिजिटल कैश की फॉर्म च रख लांगे। इन ऑर्डर टू परचेज गुड्स एंड सर्विसेज, फिर तुसीं उस पैसे द्वारा कुछ चीज़ां खरीदनियां है, तां ही पैसे आपां रखे है। द डिजिटल कैश हैज़ टू बी अवेलेबल ऑन कस्टमर हार्ड ड्राइव, तो वो पैसे अपने को होने चाहिए। मेरे जिमें हार्ड ड्राइव मतलब चाहे मैं मोबाइल यूज़ कर रही हैं, चाहे मैं लैपटॉप यूज़ कर रही हैं, चाहे मैं कंप्यूटर यूज़ करी, मेरे आपदे कोलों पैसे होने चाहिए एक सॉफ्टवेयर के विच। जिवें सॉफ्टवेयर आप पेटीएम की एग्जाम्पल लीती है, तो मेरे को सॉफ्टवेयर के विच मेरे पैसे होने चाहिए, तां ही मैं यूज़ कर सकूँगी। सो द कस्टमर स्टार्ट ई कैश सॉफ्टवेयर एंटर अमाउंट द मिंट कॉइन विंडो एंड क्लिक ओके बटन। तो फिर ही कस्टमर वो अमाउंट में यूज़ करूगा। जो कस्टमर ने वो पैसे यूज़ कर लिए, ओके बटन पर क्लिक किया, तो ट्रांजैक्शन उदों बाद होंदी है जो तुसी ये सारा प्रोसीजर फॉलो कर लेंगे हो। इन्ना ही करना है बस। फिर वैन पेयर रिसीव द कॉइन विद वैलीडेटिंग सिग्नेचर फ्रॉम द बैंक, जिन्हों तुसी पे किया है, जो उस बंदे को पैसे चले गए, ठीक है, साइन होए हुए है, तो आपदे पैसे तुसी किसी बंदे नूं भेजे गए, ही और शी रिमूव्स इट फ्रॉम डिजिटल इनवलप्स एंड इट फ्री टू स्पेंड इट। तुसी ट्रांसफर करते तो इनवलप चो की हो जाएंगे, रिमूव क्यों होंगे, जे नहीं होंगे तो तुसी रीयूज़ करी जाओगे, ठीक है ना। तो उत्तों की कर देंगे, वो डिटेक्ट कर देंगे, रिमूव कर देंगे। अब मर्चेंट हू सोल्ड सम गुड्स टू कस्टमर रिक्वेस्ट कस्टमर टू मेक पेमेंट। हुण जो कस्टमर कोई भी चीज़ मर्चेंट तो खरीददा, तुसी शॉपकीपर तो जाके कोई भी चीज़ खरीदो तो उन्होंने की करना पऊगा, पे करना पऊगा, पेमेंट करनी पऊगी। द मर्चेंट प्योर सॉफ्टवेयर जनरेट सेंड्स सच रिक्वेस्ट, तो मर्चेंट उन्होंने रिक्वेस्ट नूं भेजदा भी मैनू पैसे तुसी सेंड करो, तां ही तुसी वो समान खरीद सकते हो। कस्टमर जस्ट क्लिक ऑन यस बटन एंड मेक द पेमेंट। कस्टमर ने जो समान खरीदना, पेमेंट तो करनी पऊगी ना, तो जो मर्चेंट कहूगा भी आ पेमेंट कर दो, कस्टमर इधरों की कर दूगा, यस कर दूगा। मर्चेंट गेट्स इनकमिंग पेमेंट, तो मर्चेंट नूं पेमेंट पहुँच जूगी। फॉर दिस ही सेंड द कॉइन टू बैंक, ये चीज़ की अथेंटिकेशन लैन ली, परमिशन लैन ली, बैंक को जाऊगा, मतलब बैंक नूं रिक्वेस्ट भेजूगा, बैंक सिग्नेचर मैच कर लूगी कस्टमर के, जो मैच हो जाती है तो पेमेंट जी है वो रिसीव हो जूगी, ठीक है जी। उदों बाद आ गई एडवांटेज ऑफ ई कैश। तो ई कैश जो आप यूज़ करते, कहते हैं एडवांटेज की है आपको, सब तो पहली हैगी यूज़र। ई कैश ट्रांजैक्शन आर एडवेंचरस फॉर इंडिविजुअल यूज़र, कहते हरेक कल्ले कल्ले यूज़र लिए की होंगी है, वधिया होंगी है, लाभदायक होंगी है। यूज़र टू यूज़र ट्रांजैक्शन अक्कर विदाउट वेटिंग टू चैक टू क्लीयर रिसिप्टेंट बैंक अकाउंट। एक बंदे ने दूजे बंदे नूं भेजना, उन्होंने कोई बैंक जाने की लोड़ नहीं, कोई बैंक क्लीयर करने की लोड़ नहीं, डायरैक्टली पैसे भेज सकता। यूज़र टू यूज़र की हो जाता है, ईजी हो जाता है टास्क, इन्ना ही करना है। दूसरा आ गया मर्चेंट्स। मर्चेंट कैन ऑल्सो बेनीफिट फ्रॉम यूजिंग ई सिस्टम फॉर मार्केटिंग टू अट्रैक्ट कस्टमर टू देयर ऑनलाइन मार्केट प्लेस। उस तो इलावा कहता मर्चेंट लिए भी ये यूजफुल रहता है, मर्चेंट किसी भी कस्टमर को आपदे वाल खिंच सकता है इनू यूज़ करके।
ਇੰਨਾ ਹੀ ਕਰਨਾ ਹੈ। ਉਦੋਂ ਬਾਅਦ ਆ ਗਿਆ ਇੰਟਰਨੈਸ਼ਨਲ ਐਕਸਚੇਂਜ, ਤੁਸੀਂ ਇੰਟਰਨੈਸ਼ਨਲੀ ਮਨੀ ਨੂੰ ਟ੍ਰਾਂਸਫਰ ਕਰਨਾ ਤਾਂ ਵੀ ਕਰ ਸਕਦੇ ਹੋ। ਆ ਬਿਗ ਐਡਵਾਂਟੇਜ ਆਫ ਦਿਸ ਪੋਸੀਬਿਲਿਟੀ ਟੂ ਇੰਟਰਨੈਸ਼ਨਲ ਐਕਸਚੇਂਜ, ਆਉਂਦੇ ਆ ਨਾ ਜਿਵੇਂ ਉੱਧਰੋਂ ਕੋਈ ਕੈਨੇਡਾ ਤੋਂ, ਅਮਰੀਕਾ ਤੋਂ, ਆਸਟ੍ਰੇਲੀਆ ਤੋਂ ਡਾਲਰ ਭੇਜਦੇ ਆ, ਆਪਣੀ ਵਾਲੀ ਕਰੰਸੀ 'ਚ ਚੇਂਜ ਹੋ ਕੇ ਆਉਂਦੇ ਆ ਉਹ, ਤਾਂ ਕੀ ਹੋ ਜਾਂਦਾ, ਇੰਟਰਚੇਂਜੇਬਿਲਿਟੀ ਹੋ ਜਾਂਦੀ ਹੈ ਕਰੰਸੀ ਦੀ। ਉਹ ਵੀ ਕਹਿੰਦੇ ਆਪਾਂ ਨੂੰ ਇੰਟਰਨੈਸ਼ਨਲ ਐਕਸਚੇਂਜ ਦੀ ਫੈਸਿਲਿਟੀ ਵੀ ਇਹਦੇ ਵਿੱਚ ਮਿਲਦੀ ਹੈ। ਜਿਵੇਂ ਕਿਸੇ ਨੇ ਆਪਾਂ ਨੂੰ ਡਾਲਰ ਭੇਜਿਆ 2 ਟਵਾਈਸ ਦਾ ਅਮਰੀਕਨ ਡਾਲਰ ਹੈ, ਤਾਂ ਉਹਨੂੰ ਪੇਪਾਲ ਜਾਂ ਕੋਈ ਵੀ ਪੇਟੀਐਮ ਕੋਈ ਵੀ ਸੋਫਟਵੇਅਰ ਯੂਜ਼ ਕਰਕੇ ਆਪਾਂ ਆਪਦੀ ਕਰੰਸੀ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਫਿਰ ਆ ਗਿਆ ਟ੍ਰਾਂਸਫਰ ਆਫ ਮਨੀ। ਹੁਣ ਤੁਸੀਂ ਇੱਕ ਯੂਜ਼ਰ ਨੇ ਦੂਸਰੇ ਯੂਜ਼ਰ ਨੂੰ ਬਿਨਾਂ ਫਿਜ਼ੀਕਲ ਕੈਸ਼, ਇੱਥੇ ਲਿਖਿਆ ਹੋਇਆ ਫਿਜ਼ੀਕਲ ਕੈਸ਼ ਦਿੱਤੇ ਬਿਨਾਂ ਜੇ ਮਨੀ ਪਹੁੰਚਾਉਣਾ ਤਾਂ ਕੀ ਕਰ ਸਕਦੇ ਆਪਾਂ, ਈ ਕੈਸ਼ ਯੂਜ਼ ਕਰਕੇ ਮਨੀ ਪਹੁੰਚਾ ਸਕਦੇ ਆਪਾਂ ਨੂੰ ਉੱਥੇ ਜਾਣ ਦੀ ਵੀ ਲੋੜ ਨਹੀਂ, ਈ ਕੈਸ਼ ਤੋਂ ਆਪਾਂ ਐਂਟਰੀ ਪਾ ਦਾਂਗੇ। ਪ੍ਰਾਈਵੇਸੀ ਰਹਿੰਦੀ ਹੈ ਬਈ, ਕੰਜ਼ਿਊਮਰ ਵਿਲ ਹੈਵ ਗ੍ਰੇਟ ਪ੍ਰਾਈਵੇਸੀ, ਕਿਉਂਕਿ ਇੰਟਰਨੈਟ ਜਿਹੜੀ ਆਪਣੀ ਕੋਈ ਕ੍ਰੈਡਿਟ ਕਾਰਡ ਦੀ ਕੋਈ ਵੀ ਡਿਟੇਲ ਹੈ ਉਹ ਦੂਸਰੇ ਯੂਜ਼ਰ ਤੋਂ ਹਾਈਡ ਕਰਕੇ ਰੱਖੀ ਜਾਂਦੀ ਹੈ, ਇਸ ਲਈ ਆਪਾਂ ਨੂੰ ਇਹਦੇ ਵਿੱਚ ਪ੍ਰਾਈਵੇਸੀ ਵੀ ਕਾਫੀ ਹੱਦ ਤੱਕ ਮਿਲ ਜਾਂਦੀ ਹੈ। ਹੁਣ ਇਹਦੀਆਂ ਆ ਗਈਆਂ ਵੀ ਡਿਸਐਡਵਾਂਟੇਜਸ। ਹੁਣ ਈ ਕੈਸ਼ ਦੀਆਂ ਕਹਿੰਦੇ ਐਡਵਾਂਟੇਜ ਦੇ ਨਾਲ ਹਰੇਕ ਚੀਜ਼ ਦੀਆਂ ਕੁਛ ਨਾ ਕੁਛ ਡਿਸਐਡਵਾਂਟੇਜ ਵੀ ਹੁੰਦੀਆਂ। ਈ ਕੈਸ਼ ਦੀ ਡਿਸਐਡਵਾਂਟੇਜ ਕੀ ਹੈ, ਈ ਕੈਸ਼ ਐਂਡ ਈ ਕੈਸ਼ ਟ੍ਰਾਂਜੈਕਸ਼ਨ ਸਿਕਿਉਰਿਟੀ ਆਰ ਮੇਜਰ ਕੰਸਰਨ। ਕਹਿੰਦੇ ਜਿਹੜੀ ਟ੍ਰਾਂਜੈਕਸ਼ਨ ਟਾਈਮ ਸਿਕਿਉਰਿਟੀ ਹੁੰਦੀ ਹੈ, ਜਦੋਂ ਮੈਂ ਮਨੀ ਟ੍ਰਾਂਸਫਰ ਕਰ ਰਹੀ ਹਾਂ ਉਸ ਟਾਈਮ ਦੀ ਸਿਕਿਉਰਿਟੀ ਮੇਜਰ ਕੰਸਰਨ ਹੁੰਦਾ ਆਪਣਾ। ਫਰੋਡਸ ਆਫ ਈ ਕਮਰਸ ਆਰ ਔਨ ਆ ਕੈਚ ਰੀਸੈਂਟ ਈਅਰ, ਕਾਫੀ ਫਰੋਡਸ ਹੁੰਦੇ ਆ ਜਿਹੜੇ ਐਸੇ ਤਾਕ ਦੇ ਵਿੱਚ ਹੁੰਦੇ ਆ, ਕਿਉਂਕਿ ਪੈਸੇ ਜਦੋਂ ਤੁਸੀਂ ਮਨੀ ਟ੍ਰਾਂਸਫਰ ਕਰਤੇ ਦੂਸਰੇ ਬੰਦੇ ਦੇ ਪਹੁੰਚਣ ਤੱਕ ਵਿਚਾਲੇ ਜਿਹੜੀ ਟ੍ਰਾਂਜੈਕਸ਼ਨ ਪ੍ਰੋਸੀਜਰ ਹੈ ਉੱਥੇ ਚੋਰੀ ਹੋ ਸਕਦੀ ਹੁੰਦੀ ਹੈ, ਹੈਕ ਕਰ ਲੈਂਦੇ ਆ ਬੰਦੇ ਜਿਹੜੇ ਫਰੋਡ ਹੁੰਦੇ ਆ। ਤਾਂ ਕਹਿੰਦੇ ਇਸ ਲਈ ਹੈਕਰਸ ਵਿਦ ਹੈਵ ਗੁੱਡ ਸਕਿੱਲ, ਜਿਹੜੇ ਹੈਕਰਸ ਹੁੰਦੇ ਉਹਨਾਂ ਦੇ ਸਕਿੱਲਸ ਬਹੁਤ ਵਧੀਆ ਹੁੰਦੇ ਆ, ਬੈਂਕ ਅਕਾਊਂਟ ਦੀ ਪੂਰੀ ਇਨਫੋਰਮੇਸ਼ਨ ਰੱਖਦੇ ਆ, ਤਾਂ ਉਹ ਆਪਣੇ ਮਨੀ ਨੂੰ ਕੀ ਕਰ ਸਕਦੇ ਆ, ਹੈਕ ਕਰ ਸਕਦੇ ਆ। ਇਹ ਆਪਾਂ ਨੂੰ ਇੱਕ ਸਿਕਿਉਰਿਟੀ ਦਾ ਜਿਹੜਾ ਥ੍ਰੈਟ ਹੈ ਉਹ ਬਣੀ ਰਹਿੰਦੀ ਹੈ। ਸੈਕਿੰਡ, ਮਨੀ ਫਲੋ ਐਂਡ ਕ੍ਰਿਮੀਨਲ ਟੈਰਰਿਸਟ ਐਕਟੀਵਿਟੀਜ਼ ਆਰ ਹਾਰਡਰ ਟੂ ਬੀ ਟਰੇਸ ਬਾਈ ਗਵਰਨਮੈਂਟ। ਹੁਣ ਕਿਹੜੇ ਬੰਦੇ ਨੇ ਆਪਣੇ ਮਨੀ ਦੀ ਚੋਰੀ ਕੀਤੀ ਹੈ ਜਾਂ ਕੋਈ ਗਵਰਨਮੈਂਟ ਨੇ ਕੁਛ ਹੈ ਨਾ ਪੋਲਿਸੀਜ਼ ਇਸ ਤਰ੍ਹਾਂ ਦੀਆਂ ਬਣੀਆਂ, ਉਹਨਾਂ ਨੂੰ ਲੱਭਣਾ ਵੀ ਕੀ ਹੋ ਜਾਂਦਾ ਹੈ, ਮੁਸ਼ਕਿਲ ਹੋ ਜਾਂਦਾ ਹੈ। ਨੈਕਸਟ, ਈ ਕੈਸ਼ ਇਜ਼ ਨਾਟ ਫॉर एवरीवन। ਈ ਕੈਸ਼ ਜਿਹੜਾ ਸਾਰਿਆਂ ਲਈ ਨਹੀਂ ਹੁੰਦਾ, ਕਹਿੰਦੇ ਜਿਨ੍ਹਾਂ ਦੀ ਲੋ ਇਨਕਮ ਹੁੰਦੀ ਹੈ ਜਾਂ ਨਿਚਲੀ ਕੈਟਾਗਰੀ ਦੇ ਬੰਦੇ ਹੁੰਦੇ ਆ ਉਹਨਾਂ ਨੂੰ ਈ ਕੈਸ਼ ਯੂਜ਼ ਹੀ ਨਹੀਂ ਕਰਨਾ ਆਉਂਦਾ, ਜਾਂ ਨਾ ਹੀ ਉਹਨਾਂ ਕੋਲ ਇੰਨਾ ਇਨਫ ਮਨੀ ਹੁੰਦਾ ਵੀ ਉਹ ਕਰ ਸਕਣ, ਤਾਂ ਉੱਥੇ ਵੀ ਇਹ ਯੂਜ਼ ਨਹੀਂ ਹੁੰਦਾ। ਲਾਸਟ ਇਜ਼ ਦੇਅਰ ਇਜ਼ ਆਲਸੋ ਆ pursuing issue regarding to technology involved in electronic power failure internet connection। ਕਹਿੰਦੇ ਆ ਟੈਕਨੀਕਲ ਇਸ਼ੂਜ਼ ਆ ਜਾਂਦੇ, ਕਈ ਵਾਰੀ ਪੇਮੈਂਟ ਕਰਨ ਲੱਗੇ ਲਾਈਟ ਵਿੱਚ ਚਲੀ ਗਈ ਤਾਂ ਆਪਾਂ ਇਹ ਦੁਵਿਧਾ 'ਚ ਹੀ ਰਹਿੰਦੇ ਵੀ ਪੇਮੈਂਟ ਹੋ ਗਈ ਜਾਂ ਨਹੀਂ ਹੋਈ, ਤਾਂ ਟੈਕਨੀਕਲ ਇਸ਼ੂਜ਼ ਵੀ ਕਾਫੀ ਹੱਦ ਤੱਕ ਇਹਦੀ ਇੱਕ ਡਿਸਐਡਵਾਂਟੇਜ ਹੈ। ਠੀਕ ਹੈ ਜੀ, ਇਹ ਤੁਹਾਡਾ ਈ ਕੈਸ਼ ਵਾਲਾ ਟੌਪਿਕ ਅੱਜ ਖਤਮ ਹੋ ਗਿਆ।